ਮੈਡਲ ਤੋਂ ਇੱਕ ਕਦਮ ਦੂਰ ਬਜਰੰਗ ਪੁਨੀਆ। ਥੋੜੀ ਦੇਰ ਦੇ ਵਿੱਚ ਸੈਮੀਫਾਈਨਲ ਮੁਕਾਬਲਾ ਅਜ਼ਰਬਾਈਜਾਨ ਦੇ ਪਹਿਲਵਾਨ ਦੇ ਨਾਲ ਭਿੜੰਤ। ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਹਾਕੀ ਟੀਮ ਦੇ ਨਾਲ ਫੋਨ ਤੇ ਕੀਤੀ ਗੱਲਬਾਤ। ਖਿਡਾਰਨਾਂ ਦਾ ਵਧਾਇਆ ਹੌਸਲਾ, ਬੋਲੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ 올림픽ਸ ਦੇ ਵਿੱਚ ਬ੍ਰੌਂਜ਼ ਹਾਸਲ ਨਹੀਂ ਕਰ ਸਕੀ ਮਹਿਲਾ ਟੀਮ। ਹੁਣ ਮੇਜਰ ਧਿਆਨ ਚੰਦ ਤੇ ਹੋਵੇਗਾ ਖੇਲ ਰਤਨ ਅਵਾਰਡ ਦਾ ਨਾਮ। ਪਹਿਲਾਂ ਰਾਜੀਵ ਗਾਂਧੀ ਦੇ ਨਾਮ ਦੇ ਉੱਤੇ ਦਿੱਤਾ ਜਾਂਦਾ ਸੀ ਪੁਰਸਕਾਰ। ਕਾਂਗਰਸੀ ਬੋਲੇ ਚੰਗਾ ਹੁੰਦਾ ਜੇ ਧਿਆਨ ਚੰਦ ਦੇ ਨਾਮ ਤੇ ਸ਼ੁਰੂ ਕਰਦੇ ਨਵਾਂ ਪੁਰਸਕਾਰ। ਕਿਸਾਨਾਂ ਦੀ ਸੰਸਦ ਦੇ ਵਿੱਚ ਸ਼ਾਮਲ ਹੋਏ ਵਿਰੋਧੀ ਦਲਾਂ ਦੇ ਆਗੂ ਰਾਹੁਲ ਗਾਂਧੀ ਸਣੇ तमाम ਦਿਗਗਜ ਰਹੇ ਮੌਜੂਦ। ਕੇਂਦਰ ਤੇ ਸਾਧਿਆ ਨਿਸ਼ਾਨਾ, ਬੋਲੇ ਸੰਸਦ 'ਚ ਖੇਤੀ ਕਾਨੂੰਨਾਂ ਤੇ ਚਰਚਾ ਲਈ ਤਿਆਰ ਨਹੀਂ ਹੋ ਰਹੀ ਸਰਕਾਰ, ਪਰ ਅਸੀਂ ਕਿਸਾਨਾਂ ਦੇ ਨਾਲ। ਖੇਤੀ ਕਾਨੂੰਨਾਂ ਦੇ ਖਿਲਾਫ ਇਕੱਠੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਅਕਾਲੀ ਦਲ ਅਤੇ ਕਾਂਗਰਸ ਦੇ ਸੰਸਦ ਕੰਪਲੈਕਸ ਦੇ ਅੰਦਰ ਕਾਂਗਰਸੀ ਸੰਸਦਾਂ ਦੇ ਨਾਲ ਬਲਵਿੰਦਰ ਭੁੰਦੜ ਨੇ ਵੀ ਕੀਤਾ ਪ੍ਰਦਰਸ਼ਨ। ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਤੇ ਰਵਨੀਤ ਬਿੱਟੂ ਦੇ ਵਿਚਾਲੇ ਹੋਈ ਸੀ ਤਿੱਖੀ ਬਹਿਸ। ਮੱਧ ਪ੍ਰਦੇਸ਼ ਦੇ ਵਿੱਚ ਸਿੱਖਾਂ ਦਾ ਹਾਲ ਜਾਣਨ ਗਿਆ ਅਕਾਲੀ ਦਲ ਅਤੇ ਡੀਆਈਜੀਐਮਸੀ ਦਾ ਵਫਦ। ਸੁਖਬੀਰ ਬਾਦਲ ਮੁਤਾਬਕ ਪੁਲਿਸ ਦੇ ਤੰਗ ਪਰੇਸ਼ਾਨ ਕਰਨ ਦੀਆਂ ਸਨ ਖਬਰਾਂ। ਘਰ ਛੱਡ ਜੰਗਲਾਂ ਦੇ ਵਿੱਚ ਪਨਾਹ ਲੈਣ ਦੇ ਲਈ ਮਜਬੂਰ ਹੋਏ ਨੇ ਸਿੱਖ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਕਰਤੂਤ, ਗੁਰਦੁਆਰੇ ਤੋਂ ਜ਼ਬਰਨ ਹਟਾਇਆ ਨਿਸ਼ਾਨ ਸਾਹਿਬ, ਕੇਅਰ ਟੇਕਰ ਨੂੰ ਵੀ ਧਮਕਾਇਆ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ। ਵੱਡੀ ਖਬਰ 올림픽ਸ ਤੋਂ। ਜੀ 올림픽ਸ ਦੇ ਵਿੱਚ ਇੱਕ ਅਹਿਮ ਮੁਕਾਬਲਾ ਕੁਝ ਹੀ ਪਲਾਂ ਦੇ ਵਿੱਚ ਬਜਰੰਗ ਪੁਨੀਆ ਦਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਸੈਮੀਫਾਈਨਲ ਮੈਚ ਹੈ ਰੈਸਲਿੰਗ ਦੇ ਵਿੱਚ। ਰੈਸਲਿੰਗ 'ਚ ਸੈਮੀਫਾਈਨਲ ਮੁਕਾਬਲਾ 65 ਕਿਲੋ ਭਾਰ ਵਰਗ ਦੇ ਵਿੱਚ ਤੇ ਇੱਕ ਮੈਚ ਦੇ ਵਿੱਚ ਜਿੱਤ ਦਾ ਮਤਲਬ ਹੋਏਗਾ ਕਿ ਬਜਰੰਗ ਪੁਨੀਆ ਦਾ ਮੈਡਲ ਪੱਕਾ ਹੋ ਜਾਏਗਾ। ਮੈਡਲ ਤੋਂ ਇੱਕ ਕਦਮ ਦੂਰ ਨੇ ਬਜਰੰਗ ਪੁਨੀਆ ਤੇ 골ਡ ਮੈਡਲ ਤੋਂ 2 ਕਦਮ ਦੂਰ ਨੇ। ਵੱਡੀ ਖਬਰ ਹੈ ਇਸ ਸਮੇਂ ਦੀ। ਥੋੜੀ ਦੇਰ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਬਜਰੰਗ ਪੁਨੀਆ ਦਾ ਇਹ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਸੈਮੀਫਾਈਨਲ ਦੇ ਵਿੱਚ ਮੈਡਲ ਦਾ ਦਾਅ ਲਗਾਉਣ ਦੇ ਲਈ ਸੈਮੀਫਾਈਨਲ 'ਚ ਉਤਰਨਗੇ ਬਜਰੰਗ ਪੁਨੀਆ। ਅਜ਼ਰਬਾਈਜਾਨ ਦੇ ਪਹਿਲਵਾਨ ਦੇ ਨਾਲ ਟੱਕਰ ਹੋਵੇਗੀ। ਇਸ ਸਮੇਂ ਦੀ ਵੱਡੀ ਖਬਰ ਹੈ, ਤੁਹਾਨੂੰ ਦੱਸ ਦਈਏ ਕਿ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ। ਰੀਓ 올림픽ਸ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਅਹਿਮ ਮੁਕਾਬਲਾ ਸੈਮੀਫਾਈਨਲ ਮੁਕਾਬਲਾ। ਇਸ ਮੁਕਾਬਲੇ ਦੇ ਵਿੱਚ ਜਿੱਤ ਦਾ ਸਿੱਧਾ ਮਤਲਬ ਕਿ ਇੱਕ ਮੈਡਲ ਹਿੰਦੁਸਤਾਨ ਦਾ ਹੋਰ ਪੱਕਾ ਹੋ ਗਿਆ। ਇਸ ਤੋਂ ਪਹਿਲਾਂ ਰਵੀ ਦਹੀਆ ਸੈਮੀਫਾਈਨਲ ਦੇ ਵਿੱਚ ਜਿੱਤ ਹਾਸਲ ਕਰਕੇ ਫਾਈਨਲ ਦੇ ਵਿੱਚ ਪਹੁੰਚੇ ਸਨ। ਹਾਲਾਂਕਿ ਉਹ ਫਾਈਨਲ 'ਚ ਜਿੱਤ ਹਾਸਲ ਨਹੀਂ ਕਰ ਸਕੇ, ਪਰ ਸਿਲਵਰ ਮੈਡਲ ਉਹਨਾਂ ਦੀ ਝੋਲੀ ਦੇ ਵਿੱਚ ਜ਼ਰੂਰ ਗਿਆ। ਤੇ ਹੁਣ ਬਜਰੰਗ ਪੁਨੀਆ ਦੇ ਉੱਤੇ ਨਜ਼ਰ, ਜਿਹੜੇ ਪੂਰੇ ਵਫਦ ਦੇ ਨਾਲ ਗਏ, ਜੋ ਇੰਡੀਅਨ ਕੰਟਿੰਜੈਂਟ ਗਿਆ ਸੀ ਪੂਰਾ ਲੰਡਨ, ਮਾਫੀ ਚਾਹਾਂਗੇ, ਟੋਕੀਓ 올림픽ਸ ਦੇ ਵਿੱਚ, ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਆਸ ਬਜਰੰਗ ਪੁਨੀਆ, ਮੈਡਲ ਦੀ ਸਭ ਤੋਂ ਵੱਡੀ ਆਸ ਬਜਰੰਗ ਪੁਨੀਆ ਹੀ ਸੀ ਤੇ ਇਸ ਸਮੇਂ ਉਹਨਾਂ ਦੇ ਉੱਤੇ ਆਸ। 2 ਮੁਕਾਬਲੇ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਪਹੁੰਚੇ ਨੇ। ਕੁਝ ਹੀ ਪਲਾਂ ਦੇ ਵਿੱਚ ਸਾਫ਼ ਹੋ ਜਾਏਗਾ ਕਿ ਸੈਮੀਫਾਈਨਲ ਮੁਕਾਬਲੇ ਦਾ ਨਤੀਜਾ ਕੀ ਰਹਿੰਦਾ ਹੈ। 6 ਮਿੰਟ ਦਾ ਇਹ ਪੂਰਾ ਮੁਕਾਬਲਾ ਹੁੰਦਾ ਹੈ। 3-3 ਮਿੰਟ ਦੀਆਂ 2 ਬਾਊਟਸ ਹੁੰਦੀਆਂ ਨੇ, ਜਿਨ੍ਹਾਂ ਨੂੰ ਉੱਥੇ ਪੀਰੀਅਡ ਕਿਹਾ ਜਾਂਦਾ ਹੈ। 3-3 ਮਿੰਟ ਦੇ 2 ਤੇ ਉਸ ਦੇ ਵਿੱਚ 30 ਸੈਕਿੰਡ ਦਾ ਇੱਕ ਬ੍ਰੇਕ ਹੁੰਦਾ ਹੈ ਤੇ ਬਹੁਤ ਅਹਿਮ ਮੁਕਾਬਲਾ ਹੈ। ਇੱਕ ਪਾਸੇ ਸੈਕੰਡ ਸੀਡਡ ਨੇ, ਯਾਨੀ ਕਿ ਦੂਜਾ ਰੈਂਕ ਦਿੱਤਾ ਗਿਆ ਉਹਨਾਂ ਨੂੰ ਇਸ ਪੂਰੇ ਮੁਕਾਬਲੇ ਦੇ ਵਿੱਚ। ਤਾਂ ਜਿਹੜੇ ਅਹਿਮ ਦਾਅਵੇਦਾਰ ਨੇ ਉਹਨਾਂ ਦੇ ਵਿੱਚੋਂ ਇੱਕ ਬਜਰੰਗ ਪੁਨੀਆ, ਸੈਕੰਡ ਰੈਂਕ ਦਿੱਤਾ ਗਿਆ ਉਹਨਾਂ ਨੂੰ। ਤੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਨਾਲ ਮੁਕਾਬਲਾ ਅਜ਼ਰਬਾਈਜਾਨ, ਇਹ ਕਿਹਾ ਜਾਂਦਾ ਕਿ ਰੈਸਲਿੰਗ ਦਾ ਹੱਬ ਹੈ, ਮੱਕਾ ਕਿਹਾ ਜਾਂਦਾ ਰੈਸਲਿੰਗ ਦਾ ਅਜ਼ਰਬਾਈਜਾਨ। ਉੱਥੋਂ ਬਹੁਤ ਸਾਰੇ ਕੋਚਿਸ ਪੂਰੀ ਦੁਨੀਆ ਨੂੰ ਜਾ ਕੇ ਜਿਹੜੇ ਟ੍ਰੇਨਡ ਕਰਦੇ ਨੇ। ਤੇ ਜੇ ਅਸੀਂ ਅੱਜ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਲਾਜ਼ਮੀ ਤੌਰ ਤੇ ਬਹੁਤ ਅਹਿਮ ਮੁਕਾਬਲਾ ਅਜ਼ਰਬਾਈਜਾਨ ਦੇ ਖਿਡਾਰੀ ਦੇ ਨਾਲ ਅਲੀਯੇਵ ਦੇ ਨਾਲ ਮੁਕਾਬਲਾ ਇਸ ਸਮੇਂ, ਹਾਜੀ ਅਲੀਯੇਵ ਦੇ ਨਾਲ ਮੁਕਾਬਲਾ ਇਸ ਸਮੇਂ ਜਾਰੀ ਹੈ। ਕੁਝ ਹੋਰ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ, ਬਹੁਤ ਸਭ ਦੀਆਂ ਨਜ਼ਰਾਂ, ਕਿਉਂਕਿ ਜਿਸ ਤਰੀਕੇ ਨਾਲ ਪਹਿਲੇ 2 ਮੁਕਾਬਲੇ ਖੇਡੇ ਨੇ ਬਜਰੰਗ ਪੁਨੀਆ ਨੇ, ਉਹ ਬੇਸ਼ੱਕ ਕਈਆਂ ਨੂੰ ਲੱਗ ਰਿਹਾ ਹੋਵੇ ਕਿ ਪਹਿਲੇ ਮੁਕਾਬਲੇ ਦੇ ਵਿੱਚ 3-3 ਦਾ ਪੂਰਾ ਜਿਹੜਾ ਰਿਜ਼ਲਟ ਰਿਹਾ ਸੀ ਤੇ ਦਾਅ ਵੱਧ ਲਗਾਉਣ ਦੀ ਵਜ੍ਹਾ ਨਾਲ ਜਿਹੜੇ ਬਜਰੰਗ ਪੁਨੀਆ ਜਿੱਤੇ ਨੇ, ਜਾਂ ਦੂਜੇ ਮੁਕਾਬਲੇ ਦੇ ਵਿੱਚ ਇੱਕ ਵਾਰੀ ਪਛੜੇ ਸੀ, ਉਸ ਤੋਂ ਬਾਅਦ ਉਹਨਾਂ ਨੇ ਲੀਡ ਲਈ ਤੇ ਫਿਰ ਜਿਹੜਾ ਜਿੱਤ ਹਾਸਲ ਹੋਈ ਹੈ ਉਹ ਵਿਕਟਰੀ ਬਾय ਫਾਲ ਹੋਈ ਹੈ, ਯਾਨੀ ਕਿ ਚਿੱਤ ਕਰ ਦਿੱਤਾ ਦੂਜੇ ਵਿਰੋਧੀ ਨੂੰ ਤੇ ਉਸ ਤੋਂ ਬਾਅਦ ਜਿੱਤ ਹੋਈ ਹੈ। ਵੱਡੀ ਖਬਰ ਹੈ ਇਸ ਸਮੇਂ ਪਹਿਲਾ ਪੁਆਇੰਟ ਬਜਰੰਗ ਪੁਨੀਆ ਦੇ ਹਿੱਸੇ ਦੇ ਵਿੱਚ ਆ ਚੁੱਕਾ ਹੈ।
ਹਾਲਾਂਕਿ ਨਾਲ ਦੀ ਨਾਲ ਅਲੀਏਵ ਨੇ ਵੀ 2 ਪੁਆਇੰਟ ਲੈ ਲਏ ਨੇ। ਇਸ ਸਮੇਂ ਬਜਰੰਗ ਪੁਨੀਆ ਫਸਟ ਪੀਰੀਅਡ ਦੇ ਵਿੱਚ 2-1 ਦੇ ਨਾਲ ਪਛੜ ਰਹੇ ਨੇ। ਮੈਂ ਸਦਾ ਰੁਕ ਕਰਦਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਉਮੇਸ਼ ਓਵਰ ਟੂ ਯੂ। ਦੱਸੋ ਇਸ ਸਮੇਂ ਕੀ ਕੁਝ ਅਪਡੇਟ, ਬਹੁਤ ਸਾਰੀਆਂ ਨਜ਼ਰਾਂ ਨਿਗਾਹਾਂ ਪੂਰੇ ਦੇਸ਼ ਦੀਆਂ ਬਜਰੰਗ ਪੁਨੀਆ ਦੇ ਉੱਤੇ। एक रेसलिंग सेंटर है जो यूटी स्पोर्ट्स डिपार्टमेंट का, और हमारे यहाँ साथ हैं रेसलिंग फेडरेशन के, इंडिया रेसलिंग फेडरेशन इंडिया के वाइस प्रेसिडेंट दर्शन लाल भी मौजूद हैं। साथ में बजरंग को बचपन से देखने वाले राजा पहलवान, और ये तमाम जो पहलवान, देखिए किस तरह से सबकी धड़कनें इस समय मोबाइल फोन पर सभी पहलवान लगे हुए हैं। ये नेशनल लेवल के पहलवान है और सभी आप देखिए नज़ारा। भारत का ओलंपिक में एक तरह से ये पदक की जो उम्मीद है बजरंग से, और लगातार सबकी नजरें 1 पॉइंट ले चुके हैं। और बात करेंगे सबसे पहले जो दर्शन लाल है, रेसलिंग फेडरेशन ऑफ इंडिया के वाइस प्रेसिडेंट भी हैं, उनसे बात करेंगे। दर्शन लाल जी, आपकी रोजाना बात होती है सारे पहलवान दल से, रोजाना अधिकारी भी हैं, नजर आपकी स्क्रीन पर। 10 सेकंड के लिए आपको रोकता हूं, मैं वापस आता हूं। देखिए इस समय स्कोर बताना बहुत जरूरी है। 4-1 से पीछे है बजरंग पुनिया और बहुत बढ़िया तरीके से वो कुश्ती लड़ रहा है, और नो डाउट अभी 4-1 का स्कोर हुआ है। 4 दूसरे पहलवान के हैं और 1 इंडिया के पहलवान के हैं, लेकिन अभी कोई कुछ कहा नहीं जा सकता जब तक ये पूरी कुश्ती खत्म नहीं होती। तो हमारे हिसाब से तो अभी बजरंग ही जीतेगा। बिल्कुल, लगातार जाप जारी है। जो राजा पहलवान है वो भी बजरंग को बचपन से जानते हैं, काफी क्लोज हैं, लगातार जाप कर रहे हैं। नासे रोग हरे सपीरा जगत निरंतर हनुमत वीरा संकट ते हनुमान सदाए। जो जाप है वो लगातार कर रहे हैं अभी, क्योंकि उनको डिस्टर्ब नहीं करेंगे। अभी हाफ टाइम हो चुका है और जिसमें 4-1 का स्कोर है, तो कोई चीज़ उनको कुछ बताने जा रहे हैं, तो लेकिन अभी कुछ नहीं कह सकते भी कुश्ती किस टाइम कहाँ पड़ जाए। लेकिन हमारी उम्मीद है और हमारी ऊपर वाले से प्रार्थना है कि भी 100% बजरंग ही जीतेगा। और नज़ारा देखिए आप, तमाम सबके हाथों में मोबाइल्स हैं यहाँ पर, और किस तरह से रेसलर जो हैं, क्योंकि इस अखाड़े में एक बार बजरंग के भाई भी यहाँ प्रैक्टिस करते रहे हैं, जो उनके भाई हैं। और तकरीबन मैं बात कर रहा था इन पहलवानों की, और जो राजा पहलवान आपने देखा जाप करते हुए वो काफ़ी क्लोज हैं। और ये देखिए किस तरह से मोबाइल स्क्रीन पर सभी पहलवान इस समय, धड़कनें सबकी हैं, और हालांकि पिछड़ रहे हैं अभी, और उम्मीद करते हैं कि वापसी करें और सेमीफाइनल जीत कर फाइनल में जगह बनाएं। ये इम्पॉर्टेंट है गौरव, बहुत ही एक अहम तस्वीरें कि सबकी नज़रें इस समय बजरंग की वापसी पर हैं। पॉइंट्स जो हैं वो वापसी करें, और वापसी करने के लिए जाने भी जाते हैं। दूसरा राउंड शुरू हो चुका है और बजरंग के अगेंस्ट 2 पॉइंट और चले गए हैं, लेकिन कोशिश बजरंग पूरी कर रहा है भी किसी तरह उसको जीता जाए। लेकिन हम अभी भी उम्मीद रखे हुए हैं भी वो 100% कवर करेगा, बाकी देखते हैं क्या होता है। बिल्कुल, और पिछड़ रहे हैं हालांकि, क्योंकि जो अजरबैजान का पहलवान है उसने बढ़त काफ़ी बना ली है, लेकिन उम्मीद पर दुनिया कायम है, उम्मीद पर दुनिया कायम है अभी भी। तो ये तस्वीरें सभी को उम्मीद है, और सीख भी रहे होंगे शायद जो पहलवान है कि किस तरह का प्रेशर होता है ओलंपिक का, किस तरह का तमाम जो दबाव है वो झेला जाता है। अभी तो काफ़ी दबाव में आ चुके हैं बजरंग, लेकिन उम्मीद है हमारी, क्योंकि बजरंग पूरी कोशिश करता है लास्ट मोमेंट तक कवर करने का, और अभी टाइम भी बहुत पड़ा है, 2 मिनट 16 सेकंड पड़े हैं, तो बजरंग 100% इसको कवर करेगा। जी, उम्मीद पर दुनिया कायम है गौरव, बजरंग से उम्मीदें हैं कि वापसी करेगा, और ग्रिप बनाई हुई है बजरंग ने। तस्वीरें आप दिखाते रहिए, यही है कि बस वापसी करे, सेमीफाइनल जीते, लेकिन बढ़त जो है वो अभी कायम रखी हुई है अजरबैजान के पहलवान ने। लगातार जाप दुआएं जारी हैं, लगातार जो बजरंग कोशिश में लगे हैं किस तरह से इस लीड को कम करके और पॉइंट्स आगे गेन करने की दबाव बनाया हुआ है बजरंग ने। ग्रिप अच्छी है, लेकिन देखना होगा कि अब कि किस तरह से इस फाइट को जीतते हैं। गौरव, तस्वीरें आप देख रहे होंगे इस समय। ओवर टू यू गौरव। जी बिल्कुल, तो इस समय काफी ज्यादा लीड ਜਿਹੜੇ ਵਿਰੋਧੀ ਪਹਿਲਵਾਨ ਨੇ ਉਹਨਾਂ ਨੂੰ ਹਾਸਲ ਹੋ ਚੁੱਕੀ ਹੈ। ਕੁਝ ਹੀ ਪਲ ਬਾਕੀ ਨੇ ਇਸ ਪੂਰੇ ਮੁਕਾਬਲੇ ਦੇ। ਤੇ ਤੁਹਾਨੂੰ ਦੱਸ ਦਈਏ ਕਿ 8-1 ਦੀ ਜਿਹੜੀ ਲੀਡ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ। ਹਾਲਾਂਕਿ 10 ਸੈਕਿੰਡ ਦੇ ਵਿੱਚ ਰੈਸਲਿੰਗ ਦੇ ਵਿੱਚ ਹੁੰਦਾ ਹੈ ਕਿ 10 ਸੈਕਿੰਡ ਦੇ ਵਿੱਚ ਵੀ ਮੁਕਾਬਲਾ ਬਦਲ ਸਕਦਾ ਹੈ। ਜੇਕਰ ਪਿੱਠ ਦੇ ਬਲ ਸੁੱਟ ਲਿਆ ਦੂਜਾ ਪਹਿਲਵਾਨ ਤੇ ਜਿਹੜੇ ਮੋਢੇ ਨੇ ਉਹ ਮੈਟ ਦੇ ਨਾਲ ਲੱਗੇ, ਯਾਨੀ ਜ਼ਮੀਨ ਦੇ ਨਾਲ ਲਗਾ ਦਿੱਤੇ ਗਏ, ਔਰ 1 ਸੈਕਿੰਡ ਤੱਕ ਉਹ ਉਸੇ ਪੋਜੀਸ਼ਨ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਰਹੇ ਤਾਂ ਫਿਰ ਜੇਤੂ ਐਲਾਨ ਦਿੱਤੇ ਜਾਂਦੇ ਨੇ, ਜਿਹਨੂੰ ਵਿਕਟਰੀ ਬਾਏ ਫਾਲ ਕਿਹਾ ਜਾਂਦਾ ਹੈ। ਪਰ ਫਿਲਹਾਲ 9-5 ਦੇ ਨਾਲ ਇਸ ਸਮੇਂ ਕਰੜੀ ਟੱਕਰ ਦੇਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ
बजरंग पूनिया 9-5 ਦੇ ਉੱਤੇ ਮੁਕਾਬਲਾ ਇਸ ਸਮੇਂ ਪਹੁੰਚਿਆ ਹੋਇਆ ਹੈ ਪਰ ਬਹੁਤ ਕੜੀ ਟੱਕਰ ਕੁਝ ਨਾ ਕੁਝ ਵੱਖਰਾ ਤੇ ਜ਼ਬਰਦਸਤ ਕਰਨਾ ਹੋਵੇਗਾ ਆਖਰੀ ਕੁਝ ਸੈਕਿੰਡਸ ਦੇ ਵਿੱਚ ਬਜਰੰਗ ਪੁਨੀਆ ਨੂੰ ਤੇ ਰੈਸਲਿੰਗ ਦਾ ਇਹ ਮਹਾ ਮੁਕਾਬਲਾ ਤੁਸੀਂ ਕਹਿ ਸਕਦੇ ਹੋ ਕਿਉਂਕਿ ਇੱਥੇ ਉਮੀਦ ਸਿਰਫ ਇਸ ਮੁਕਾਬਲੇ ਦੇ ਵਿੱਚ ਜਿੱਤ ਦੀ ਨਹੀਂ ਬਲਕਿ ਉਮੀਦ ਅਗਲੇ ਮੁਕਾਬਲੇ 'ਚ ਵੀ ਜਿੱਤ ਦੀ ਹੈ ਪਰ ਪਹਿਲਾਂ ਅੱਜ ਦਾ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਬਜਰੰਗ ਪੁਨੀਆ ਦੇ ਲਈ ਜੇ ਬਜਰੰਗ ਇੱਥੋਂ ਮੁਕਾਬਲਾ ਜਿੱਤਦੇ ਨੇ ਤਾਂ ਫਿਰ ਅਗਲੇ ਮੁਕਾਬਲੇ 'ਚ ਸੈਮੀਫਾਈਨਲ ਤੋਂ फाइनल ਦੇ ਵਿੱਚ ਸਿੱਧੀ ਐਂਟਰੀ ਹੋ ਜਾਏਗੀ ਮੈਡਲ ਪੱਕਾ ਹੋ ਜਾਏਗਾ ਉਮੇਸ਼ ਦਾ ਰੁਕ ਕਰਦੇ ਉਮੇਸ਼ ਬਿਲਕੁਲ ਉਮੀਦਾਂ ਹਾਲੇ ਵੀ ਕਾਇਮ ਨੇ ਔਰ ਇਹੀ ਆਪਾਂ ਗੱਲ ਕਰ ਰਹੇ ਸੀ ਕਿ ਕਮਜ਼ੋਰੀ ਕਿਆ ਦਿਖੀ अब तक के मुकाबले में आपको बजरंग कमजोरी बजरंग ਦੀ ਕੁਝ ਨਹੀਂ ਨਜ਼ਰ ਆਈ ਬਿਲਕੁਲ ਹੌਸਲੇ ਨਾਲ ਲੜ ਰਿਹਾ ਦੂਜਾ ਵੀ ਬਹੁਤ ਵਧੀਆ ਮੁੰਡਾ ਲੜਨ ਵਾਲਾ ਚਿੰਤਾ ਨਾ ਕਰੋ ਤੁਸੀਂ ਹੌਸਲਾ ਜੇ 30 ਸੈਕਿੰਡ ਰਹਿੰਦੇ ਆ ਬਜਰੰਗ 100% ਪੁਆਇੰਟ ਲਏਗਾ ਇਹ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਲੜ ਰਿਹਾ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਰੈਫਰੀ ਉਹਨੂੰ ਬਿਲਕੁਲ ਨਾ ਪੈਸਿਵਿਟੀ ਦੇ ਰਿਹਾ ਨਾ ਉਹਨੂੰ ਉਹਦੇ ਅਗੇਂਸਟ ਪੁਆਇੰਟ ਦੇ ਰਿਹਾ ਇਹ ਵੀ ਇਹਨਾਂ ਦੀ ਥੋੜਾ ਜਿਹਾ ਉਹ ਹੈ ਇਹ ਦੇਖੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਉਹ ਬਾਰ-ਬਾਰ ਅਟੈਕ ਮਾਰ ਰਿਹਾ ਉਹ ਡਿਫੈਂਸ ਤੇ ਇੰਨਾ ਡਿਫੈਂਸ ਤੇ ਆ ਗਿਆ ਵੀ ਉਹ ਲੜਨ ਬਿਲਕੁਲ ਕੁਸ਼ਤੀ ਨੂੰ ਬਲੌਕ ਕਰਕੇ ਖੜਾ ਹੋ ਗਿਆ दो पता नहीं उसके कैसे दे दिए और अब गौरव लगता कि उम्मीदां हुण सैमीफाइनल की दौड़ तो बजरंग तकरीबन मैं लगता कि बाहर हो चुके हैं क्योंकि काफ़ी पॉइंट्स की लीड हो चुकी है और एक बड़ा झटका हालांकि सैमीफाइनल ब्रॉन्ज मैडल तो बहुत मुश्किल है इत्थों वापसी करना किते ना किते 11-5 ਦੀ ਲੀਡ ਤੇ ਬਜਰੰਗ ਪੁਨੀਆ ਭਾਰਤ ਦੀ ਬਹੁਤ ਵੱਡੀ ਉਮੀਦ ਹੈ ਲਾਜ਼ਮੀ ਤੌਰ ਦੇ ਉੱਤੇ ਪਰ ਕਿਤੇ ਨਾ ਕਿਤੇ ਉਹ ਪਛੜਦੀ ਹੋਈ ਨਜ਼ਰ ਆਏ ਔਰ ਅਜ਼ਰਬਾਈਜਾਨ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਅਜ਼ਰਬਾਈਜਾਨ ਨੂੰ ਇੱਕ ਤਰੀਕੇ ਨਾਲ ਮੱਕਾ ਕਿਹਾ ਜਾਂਦਾ ਹੈ ਉੱਥੇ ਰੈਸਲਿੰਗ ਦਾ ਹੱਬ ਕਿਹਾ ਜਾਂਦਾ ਹੈ ਜਿਵੇਂ ਕਿਊਬਾ ਨੂੰ ਬਾਕਸਿੰਗ ਦਾ ਹੱਬ ਕਿਹਾ ਜਾਂਦਾ ਉਸ ਤਰੀਕੇ ਨਾਲ ਅਜ਼ਰਬਾਈਜਾਨ ਦਾ ਅਸੀਂ ਜ਼ਿਕਰ ਕਰੀਏ ਤਾਂ ਉਸ ਨੂੰ ਰੈਸਲਿੰਗ ਦਾ ਹੱਬ ਕਿਹਾ ਜਾਂਦਾ ਹੈ ਤੇ ਉਹ ਕਿਤੇ ਨਾ ਕਿਤੇ ਨਜ਼ਰ ਵੀ ਆਇਆ ਜਿਹੜੀ ਸ਼ੁਰੂਆਤੀ ਸੀ ਉਹ 4-1 ਦੇ ਨਾਲ ਪਿੱਛੇ ਸੀ ਬਜਰੰਗ ਪੁਨੀਆ ਪਰ ਦੂਜੇ ਪੀਰੀਅਡ ਦੇ ਵਿੱਚ ਤਾਂ ਜ਼ਬਰਦਸਤ ਖੇਡ ਦਿਖਾਇਆ ਹੈ ਵਿਰੋਧੀ ਨੇ ਹਾਲਾਂਕਿ ਬਜਰੰਗ ਪੁਨੀਆ ਨੇ ਵਾਪਸੀ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ 12-5 ਦੇ ਨਾਲ ਮੁਕਾਬਲਾ ਕਿਤੇ ਨਾ ਕਿਤੇ ਉਹਨਾਂ ਦੇ ਹੱਥੋਂ ਨਿਕਲ ਗਿਆ ਤਾਂ ਦੂਜੇ ਰਾਉਂਡ ਦੇ ਵਿੱਚ ਦੂਜੇ ਪੀਰੀਅਡ ਦੇ ਵਿੱਚ ਜਿਹੜਾ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਅਜ਼ਰਬਾਈਜਾਨ ਦੇ ਤੇ ਇਸ ਵਜ੍ਹਾ ਦੇ ਨਾਲ ਕਿਤੇ ਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮੁਕਾਬਲਾ ਹਾਰ ਚੁੱਕੇ ਨੇ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਤੋਂ बजरंग पुनिया सेमीफाइनल मुकाबला हार चुके ने एक बड़ी उम्मीद टुट चुकी है पूरे देश की हालांकि अजे तो यह भी दस दिए कि सेमीफाइनल दे विच हार तो बाद ब्रॉन्ज मैडल के लिए मुकाबला हुंदा है यानी कि मैडल की आस अजे भी बाकी है बजरंग पुनिया तो सेमीफाइनल दे विच जित दे क्योंकि सेमीफाइनल दे विच जित दा सीधा मतलब सी कि टॉप दे 2 मैडल्स दे विचों एक मैडल पक्का हो जाएगा गोल्ड नहीं तो फिर घट्टो घट सिल्वर तो होएगा पर वो जित हासिल नहीं कर सके ने बजरंग पुनिया ਨੂੰ 12-5 ਦੇ ਨਾਲ ਹਰਾ ਦਿੱਤਾ ਹੈ ਅਲੀਏਵ ਹਾਜ਼ੀ ਅਲੀਏਵ ਜਿਹੜੇ ਅਜ਼ਰਬਾਈਜਾਨ ਦੇ ਖਿਡਾਰੀ ਨੇ ਰੈਸਲਰ ਨੇ ਤਾਂ ਇੱਕ ਵੱਡਾ ਮੁਕਾਬਲਾ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਰੈਸਲਿੰਗ ਦੇ ਵਿੱਚ ਖਾਸ ਤੌਰ ਤੇ ਕਿ ਬਜਰੰਗ ਪੁਨੀਆ ਇੱਕ ਅਜਿਹਾ ਨਾਮ ਹੈ ਯੋਗੇਸ਼ਵਰ ਦੱਤ ਨੂੰ ਆਪਣਾ ਗੁਰੂ ਸਮਝਦੇ ਨੇ ਗੁਰੂ ਮੰਨਦੇ ਨੇ ਬਜਰੰਗ ਪੁਨੀਆ ਤੇ ਇੱਕ ਤਰੀਕੇ ਨਾਲ ਕੋਚਿੰਗ ਵੀ ਉਹਨਾਂ ਤੋਂ ਹੀ ਯੋਗੇਸ਼ਵਰ ਦੱਤ ਤੋਂ ਹੀ ਟਿਪਸ ਲੈ ਕੇ ਪਹੁੰਚੇ ਨੇ 2012 ਦੇ 올림픽ਸ ਦੇ ਵਿੱਚ ਯੋਗੇਸ਼ਵਰ ਦੱਤ ਨੇ ਬ੍ਰੌਂਜ਼ ਮੈਡਲ ਰੈਪੇਚਾਜ ਦੇ ਜ਼ਰੀਏ ਹਾਸਲ ਕੀਤਾ ਸੀ ਉਹ ਸਭ ਨੂੰ ਲਮਹੇ ਯਾਦ ਹੋਣਗੇ ਤਾਂ ਉਹਨਾਂ ਦਾ ਇੱਕ ਤਰੀਕੇ ਨਾਲ ਸ਼ੀਸ਼ੇ ਤੁਸੀਂ ਕਹਿ ਸਕਦੇ ਹੋ ਕਿ ਬਜਰੰਗ ਪੁਨੀਆ ਮੈਦਾਨ ਦੇ ਵਿੱਚ ਉਤਰਿਆ ਹਾਲਾਂਕਿ ਬਹੁਤ ਕਰੜਾ ਮੁਕਾਬਲਾ ਸੀ ਜਿਸ ਤਰੀਕੇ ਨਾਲ ਸ਼ੁਰੂਆਤੀ 2 ਮੁਕਾਬਲੇ ਖੇਡੇ ਸੀ ਖਾਸ ਤੌਰ ਤੇ ਕੁਆਟਰ ਫਾਈਨਲ ਮੁਕਾਬਲਾ ਉਸ ਸਮੇਂ ਲੱਗ ਰਿਹਾ ਸੀ ਕਿ ਬਜਰੰਗ ਪੁਨੀਆ ਜ਼ਬਰਦਸਤ ਤਰੀਕੇ ਨਾਲ ਵਾਪਸੀ ਕਰਨਗੇ ਪਰ ਜਿੱਤ ਹਾਸਲ ਨਹੀਂ ਕਰ ਸਕੇ ਨੇ ਸੈਮੀਫਾਈਨਲ ਮੁਕਾਬਲਾ ਹਾਰ ਚੁੱਕੇ ਨੇ 12-5 ਦੇ ਫਰਕ ਦੇ ਨਾਲ ਹਾਜ਼ੀ ਅਲੀਏਵ ਅਜ਼ਰਬਾਈਜਾਨ ਦੇ ਰੈਸਲਰ ਪਹਿਲਵਾਨ ਤੇ ਉਹਨਾਂ ਨੂੰ ਜਿੱਤ ਮਿਲੀ ਹੈ 12 ਪੁਆਇੰਟਸ ਉਹਨਾਂ ਦੇ ਵੱਲੋਂ ਸਕੋਰ ਕੀਤੇ ਗਏ ਜਦਕਿ ਬਜਰੰਗ ਪੁਨੀਆ ਸਿਰਫ 5 ਪੁਆਇੰਟ ਹੀ ਸਕੋਰ ਕਰ ਸਕੇ 2 ਪੀਰੀਅਡ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ 3-3 ਮਿੰਟ ਦੇ 2 ਪੀਰੀਅਡ ਹੁੰਦੇ ਨੇ ਪਹਿਲੇ ਪੀਰੀਅਡ ਦੇ ਵਿੱਚ ਅਜ਼ਰਬਾਈਜਾਨ ਦੇ ਰੈਸਲਰ ਨੇ 4 ਪੁਆਇੰਟ ਕੀਤੇ ਤਾਂ ਬਜਰੰਗ ਪੁਨੀਆ ਦੇ ਖਾਤੇ ਸਿਰਫ 1 ਪੁਆਇंट आया उस तो बाद अगले राउंड के विच तो जबरदस्त गोल्ड का निराश क्या है भैया अगला बच्चा है वो जीत गया हमने सारे बराबर हैं लेकिन भैया अपना थोड़ा अपने का थोड़ा दुखाओगे
अभी वो थोड़ी सी मुझे दिखाई दे रहा है आपके चेहरे पर, आप थोड़ा सा मायूस दिखाई दे रहे हैं, थोड़ा सा इमोशनल दिखाई दे रहे हैं। कोई नहीं गया, क्या मायूस हो रहा है, ये तो हार जीत तो चले भाई, एक हारेगा एक जीतेगा। आपकी जबान आपके चेहरे का साथ नहीं दे रही है भाई। कल के लिए क्या कहेंगे आप उनको? कल के लिए कल तो भाई ये ब्रांच मेडल तो लिया हुआ हाँ पूरी उम्मीद है भाई, ना कोई कमी नहीं रही, बढ़िया खेले, बढ़िया लड़े है, लेकिन थोड़ा पाँव में इसका वो है चोट है, इस उम्र लगी रशिया में 1 महीना पहले, तो भी उस पाते बड़ा प्रोटेक्ट कम करेगा। आपको कैसा लगा? ਤਾਂ ਪਿਤਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੀਡੀਆ ਦੇ ਜਿਹੜੇ ਲੋਕ ਨੇ ਤੇ ਉਹ ਕਹਿ ਰਹੇ ਨੇ ਕਿ ਖੇਡਿਆ ਵਧੀਆ ਹੈ ਪਰ ਇੱਕ ਜਿੱਤ ਹਾਰ ਤਾਂ ਖੇਡ ਦੇ ਵਿੱਚ ਬਣੀ ਹੋਈ ਆ, ਉਹ ਸਾਰੇ ਜਾਣਦੇ ਨੇ। ਤੇ ਖੈਰ ਇਸ ਸਭ ਦੇ ਵਿਚਾਲੇ ਬਜਰੰਗ ਪੁਨੀਆ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਹੈ, ਬਜਰੰਗ ਪੁਨੀਆ ਆਪਣਾ ਸੈਮੀਫਾਈਨਲ ਮੁਕਾਬਲਾ ਹਾਰ ਚੁੱਕੇ ਨੇ ਪਰ 올림픽ਸ ਦੇ ਵਿੱਚ ਮੈਡਲ ਦੀ ਆਸ ਹੁਣ ਵੀ ਬਰਕਰਾਰ ਹੈ ਕਿਉਂਕਿ ਬ੍ਰੌਂਜ਼ ਮੈਡਲ ਮੁਕਾਬਲਾ ਹੁਣ ਕੱਲ ਉਹਨਾਂ ਦਾ ਹੋਵੇਗਾ ਤੇ ਉਸ ਬ੍ਰੌਂਜ਼ ਮੈਡਲ ਮੈਚ ਜਿੱਤਣ ਦੀ ਪੂਰੀ ਉਮੀਦ ਹੈ। रुख करते हैं साडे सहयोगी इस समय उमेश लगातार साडे नाल ने। उमेश, मुकाबला तो दिलचस्प सी, करड़ा सी, पर कितना कितने जित दूर रह गई। बिल्कुल गौरव, मुकाबला करड़ा सीगा और अजरबैजान की तुसीं जिद्दां जिक्र कर रहे सी वाकई, क्योंकि देखो बजरंग का जिहड़ा ड्रॉ सीगा वो टफ सीगा, पहला दूजा ते सेमीफाइनल बाउट हुई, लेकिन टफ हो गई होगा क्योंकि तुसीं ओलंपिक खेड रहे हो, तुहाडे ਨਾਲ ਵਾਲਾ ਸਾਹਮਣੇ ਵਾਲਾ 올림픽 ਚੈਂਪੀਅਨ, ਵਰਲਡ ਚੈਂਪੀਅਨ ਇਹ ਹੋਣਾ ਸੀਗਾ। ਸਾਡੇ ਨਾਲ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਦਰਸ਼ਨ ਲਾਲ ਤੇ ਕੋਚ ਵੀ ਨੇ ਇੱਥੇ। ਕੋਚ ਸਾਹਿਬ ਇਹ ਦੱਸੋ ਕਿ ਜਿੱਦਾਂ ਦਾ ਡਰਾਅ ਕਈ ਵਾਰ ਪੈਂਦਾ ਹੈ ਕਿ ਟਫ ਹੈ, ਲੇਕਿਨ ਅੱਜ ਦੀ ਬਾਊਟ 'ਚ ਮੈਂ ਸਟਾਰਟਿੰਗ ਤੋਂ ਦੇਖਿਆ ਕਿ ਡਿਫੈਂਸ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜਿੱਦਾਂ ਉਹ ਵੀ ਕਹਿ ਰਹੇ डिफेंस नहीं कह सकते ਅਸੀਂ ਤੇ और टफ भी नहीं कह सकते। ओलंपिक हो रहा, टफ तो होना एक लाजमी है और ग्रुप बहुत ਵਧੀਆ ਪੜਿਆ ਹੈ ਸੀ ਔਰ ਕੁਸ਼ਤੀ ਨੋ ਡਾਊਟ ਬਹੁਤ ਅੱਛੀ ਲੜਿਆ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਇਹ ਕੁਸ਼ਤੀ ਇਸ 'ਚ ਕੋਈ ਡਿਫੈਂਡ ਕਰਿਆ ਜਾਂ ਕੋਈ ਗਲਤੀ ਕਰੀ। ਮੈਂ ਸਾਰੀ ਕੁਸ਼ਤੀ ਤੁਹਾਡੇ ਸਾਹਮਣੇ ਦੇਖ ਰਿਹਾ ਸੀ, ਲੇਕਿਨ ਕੁਸ਼ਤੀ 'ਚ ਉਹਨੇ ਕੋਈ ਗਲਤੀ ਨਹੀਂ ਕਰੀ। ਲੇਕਿਨ ਦੂਜਾ ਵੀ ਕੋਈ ਛੋਟਾ ਨਹੀਂ ਸੀ, ਉਹ ਵੀ 올림픽 ਦਾ ਰਸੀਆ ਦਾ ਇੱਕ ਕੰਟਰੀ ਸੀ, ਉਹਦੀ ਟੁੱਟ ਕੇ ਆਈ ਹੋਈ ਸੀ, ਉਹਨਾਂ ਦਾ ਰੈਸਲਰ ਸੀ ਉਹ ਤੇ ਬਹੁਤ ਅੱਛਾ ਰੈਸਲਰ ਸੀ ਉਹ, ਬਹੁਤ ਅੱਛਾ ਲੜਿਆ। ਬਾਕੀ ਦੇਖੋ ਹੁਣ ਅਜੇ ਰੈਪੀਜੀਜ਼ ਵਗੈਰਾ ਹੋਣਗੇ, ਕੱਲ ਬ੍ਰੌਂਜ਼ ਵਾਸਤੇ ਖੇਲੇਗਾ ਇਹ ਤੇ ਉਸ 'ਚ ਵੀ ਸਾਨੂੰ ਉਮੀਦ ਹੈ 100% ਇਸ ਤੋਂ ਵੀ ਬ੍ਰੌਂਜ਼ ਤੋਂ ਲਏਗਾ ਹੀ ਲਏਗਾ ਇਹ। ਠੀਕ ਹੈ। तो बिल्कुल लाजमी तौर पर क्योंकि निराशा तो जरूर हो रही है, बहुत उम्मीदां सी बजरंग पुनिया तो कि गोल्ड मैडल उन्होंने झोली दे विच होएगा, पूरे देश की झोली दे विच होएगा। खैर खेड है, जित हार बनी हुई है पर जबरदस्त मुकाबला वेखण नूं जरूर मिलिया बजरंग पुनिया दे वल्लों जिस तरीके नाल उत्थे खेड दिखाई गई। शुक्रिया उमेश, धन्यवाद साडे नाल जुड़न दे लई। अपने दर्शकों ने भी दस दिए कि बजरंग पुनिया तो मैडल की आस हुण भी बरकरार है। अगले दिन यानी कि शनिवार को मुकाबला एक बार फिर तो उन्होंने होगा ब्रॉन्ज मैडल मैच के लिए। उम्मीद करते हैं जिवें उन्होंने पिता भी कह रहे थे कि ब्रॉन्ज मैडल तो पक्का लेके आएगा उन्होंने बेटा। उम्मीद करते हैं कि देश को ब्रॉन्ज मैडल जरूर दिवाउणगे बजरंग पुनिया। एक छोटे जे ब्रेक लिए रुके, फौरन वापस आवांगे।